ਇੱਕ ਪਾਸੇ ਮਾਲ ਮਹਿਕਮੇ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਦੇ ਔਖੇ ਹੋ ਕੇ ਹੜਤਾਲ ਤੇ ਚਲੇ ਜਾਂਦੇ ਨੇ। ਸੂਬੇ ਭਰ ਦੇ ਵਿੱਚ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਕਲਮ ਛੋੜ ਹੜਤਾਲ ਕੀਤੀ ਹੋਈ ਹੈ ਤੇ ਇਹ ਮੰਗ ਕੀਤੀ ਹੋਈ ਹੈ ਕਿ ਜਦੋਂ ਤੱਕ ਵਿਧਾਇਕ ਮਾਫੀ ਨਹੀਂ ਮੰਗਦੇ ਉਦੋਂ ਤੱਕ ਅਸੀਂ ਕੰਮ ਤੇ ਵਾਪਸ ਨਹੀਂ ਮੁੜਨਾ। ਡੀਸੀ ਦਫ਼ਤਰਾਂ ਦੇ ਵਿੱਚ ਤੋਂ ਲੈ ਕੇ ਐਸਡੀਐਮ ਦਫ਼ਤਰਾਂ 'ਚ ਕੰਮ ਬੰਦ ਹੈ। ਮਾਲ ਮਹਿਕਮੇ ਦੇ ਅਧਿਕਾਰੀ ਨੇ ਜਿਹੜੇ ਉਹ ਸਾਰੇ ਦੇ ਸਾਰੇ ਹੜਤਾਲ ਤੇ ਚੱਲ ਰਹੇ ਨੇ। ਉਸੇ ਦੇ ਦੌਰਾਨ ਹੀ ਜੇਕਰ ਗੱਲ ਕੀਤੀ ਜਾਵੇ ਜਿਹੜੇ ਬੇਈਮਾਨ ਅਧਿਕਾਰੀ ਨੇ, ਮੁਲਾਜ਼ਮ ਨੇ ਜਾਂ ਫਿਰ ਭ੍ਰਿਸ਼ਟਾਚਾਰੀ ਨੇ, ਜਿਹੜੇ ਰਿਸ਼ਵਤਖੋਰੀ ਨੇ, ਉਹਨਾਂ ਨੂੰ ਫੜਨ ਦੀਆਂ ਕਾਰਵਾਈਆਂ ਵੀ ਨਾਲੋਂ ਨਾਲ ਵਿਜੀਲੈਂਸ ਦੀਆਂ ਚੱਲ ਰਹੀਆਂ ਨੇ। ਹੈਰਾਨੀ ਹੋਵੇਗੀ ਕਿ ਬਰਨਾਲੇ ਦੇ ਅੰਦਰ ਹੀ ਇਕੱਲਾ ਹਫ਼ਤੇ ਦੇ ਅੰਦਰ ਅੰਦਰ 2 ਰਿਸ਼ਵਤਖੋਰ ਪਟਵਾਰੀਆਂ ਨੂੰ ਕਾਬੂ ਕੀਤਾ ਗਿਆ। ਇੱਕ ਤਾਜ਼ੀ ਖਬਰ ਹੈ ਤੇ ਇੱਕ ਹਫ਼ਤਾ ਪਹਿਲਾਂ ਹੀ ਹਾਲੇ ਸੁਰਖੀ ਬਣੀ ਸੀ, ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ। ਜਿਹੜਾ ਡੀਸੀ ਕੰਪਲੈਕਸ ਬਰਨਾਲਾ ਹੈ ਉਸ ਦੀ ਬਿਲਡਿੰਗ ਦੇ ਅੰਦਰੋਂ ਹੀ ਇੱਕ ਬੀਤੇ ਹਫ਼ਤੇ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਪਟਵਾਰੀ ਨਾਮ ਦਾ ਸੀ ਉਸ ਨੂੰ ਕਾਬੂ ਕੀਤਾ ਗਿਆ ਤੇ ਹੁਣ ਵੀ ਇੱਕ ਪਟਵਾਰੀ ਨੂੰ ਬਰਨਾਲੇ ਤੋਂ ਹੀ ਜਿਹੜਾ ਰੰਗੇ ਹੱਥੀ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਦੋਵਾਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। 20,000 ਰੁਪਏ ਰਿਸ਼ਵਤ ਲੈਂਦੇ ਨੂੰ ਵਿਜੀਲੈਂਸ ਨੇ ਰੰਗੇ ਹੱਥੀ ਦਬੋਚ ਲਿਆ, ਕਾਬੂ ਕਰ ਲਿਆ। ਜ਼ਮੀਨ ਦੇ ਇੰਤਕਾਲ ਦੇ ਲਈ ਮੰਗ ਰਿਹਾ ਸੀ ਇਹ ਰਿਸ਼ਵਤ, ਜਿਸ ਕਰਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਟਰੈਪ ਦੇ ਵਿੱਚ ਫਸਦਾ। ਫਿਰ ਆਫਿਸ ਦੇ ਵਿੱਚ ਹੀ ਰਿਸ਼ਵਤ ਲੈਂਦਾ ਹੋਇਆ ਇਹ ਜਿਹੜਾ ਮੁਲਜ਼ਮ ਹੈ ਫੜਿਆ ਗਿਆ। ਪੰਜਾਬ ਵਿਜੀਲੈਂਸ ਨੇ ਅੱਜ ਬਰਨਾਲਾ ਦੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਜ਼ਿਲ੍ਹਾ ਪ੍ਰਬੰਧਕੀ ਜਿਹੜਾ ਕੰਪਲੈਕਸ ਸੀ ਸੇਵਾ ਕੇਂਦਰ ਦੇ ਉੱਪਰ ਬਣੇ ਪਟਵਾਰਖਾਨੇ 'ਚ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਜਤਿੰਦਰ ਸਿੰਘ ਪਟਵਾਰੀ ਆ ਜਿਹੜਾ 20,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ ਕਰ ਲਿਆ। ਪਟਵਾਰੀ ਜ਼ਮੀਨ ਦਾ ਇੰਤਕਾਲ ਕਰਨ ਦੇ ਲਈ ਰਿਸ਼ਵਤ ਮੰਗ ਰਿਹਾ ਸੀ। ਟਰੈਪ ਲਗਾਇਆ ਗਿਆ। ਸ਼ਿਕਾਇਤਕਰਤਾ ਦਿੱਤੀ ਗਈ ਸ਼ਿਕਾਇਤਕਰਤਾ ਦੇ ਆਧਾਰ ਦੇ ਉੱਤੇ ਹੀ ਵਿਜੀਲੈਂਸ ਨੇ ਟਰੈਪ ਲਗਾਇਆ। ਦਰਅਸਲ ਕਾਂਗਰਸ ਦਾ ਇੱਕ ਆਗੂ ਹੈ ਅਮਰਜੀਤ ਸਿੰਘ ਕਾਕਾ, ਉਸਨੇ ਦੱਸਿਆ ਕਿ ਉਸਦੇ ਇੱਕ ਦੋਸਤ ਨੇ ਜਸਵਿੰਦਰ ਸਿੰਘ ਨੇ ਕਰੀਬ 1 ਏਕੜ ਜ਼ਮੀਨ ਖਰੀਦੀ ਸੀ ਤੇ ਉਸ ਦਾ ਇੰਤਕਾਲ ਕਰਵਾਉਣ ਦੇ ਲਈ 20,000 ਰੁਪਏ ਪਟਵਾਰੀ ਉਸ ਤੋਂ ਰਿਸ਼ਵਤ ਮੰਗ ਰਿਹਾ ਸੀ। ਇਸ ਦੀ ਸ਼ਿਕਾਇਤ ਉਹਨਾਂ ਨੇ ਵਿਜੀਲੈਂਸ ਨੂੰ ਦੇ ਦਿੱਤੀ ਤੇ ਵਿਜੀਲੈਂਸ ਨੇ ਟਰੈਪ ਲਗਾਉਂਦੇ ਹੀ ਉਸ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਡੀਐਸਪੀ ਵਿਜੀਲੈਂਸ ਰਾਜਨ ਸ਼ਰਮਾ ਨੇ ਵੀ ਦੱਸਿਆ ਬਰਨਾਲੇ ਤੋਂ ਕਿ ਜਿਹੜਾ ਮੁਲਜ਼ਮ ਪਟਵਾਰੀ ਹੈ ਉਸ ਦੇ ਖਿਲਾਫ ਕਰਪਸ਼ਨ ਰੋਕੂ ਐਕਟ ਦੇ ਤਹਿਤ ਜਿਹੜੀ ਕਾਰਵਾਈ ਕਰ ਦਿੱਤੀ ਗਈ ਹੈ। ਇੱਕ ਤਾਂ ਜਿਹੜਾ ਇਹ ਜਤਿੰਦਰ ਸਿੰਘ ਪਟਵਾਰੀ ਸੀ 20,000 ਰੁਪਏ 1 ਏਕੜ ਜ਼ਮੀਨ ਦਾ ਇੰਤਕਾਲ ਕਰਨ ਦੇ ਬਦਲੇ ਮੰਗ ਰਿਹਾ ਸੀ, ਉਸ ਨੂੰ ਕਾਬੂ ਕੀਤਾ ਗਿਆ। ਗੱਲ ਇੱਥੇ ਨਹੀਂ ਮੁੱਕਦੀ। ਇਹ ਸਿਲਸਿਲਾ ਇਸ ਨੂੰ ਇਹ ਵੀ ਨਹੀਂ ਡਰ ਲੱਗਿਆ ਕਿ ਹਲੇ ਇੱਕ ਹਫ਼ਤਾ ਨਹੀਂ ਹੋਇਆ ਬਰਨਾਲੇ ਦਾ ਹੀ ਇੱਕ ਪਟਵਾਰੀ ਹੋਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ ਜਿਹੜਾ ਉੱਥੋਂ ਕਾਬੂ ਵਿਜੀਲੈਂਸ ਨੇ ਕੀਤਾ ਸੀ। ਤੇ ਇਹ ਜਿਹੇ ਜਿਹੜੇ ਅਧਿਕਾਰੀ ਨੇ, ਮੁਲਾਜ਼ਮ ਨੇ, ਜਿਹੜੇ ਮਾਲ ਮਹਿਕਮੇ ਦੇ ਅੰਦਰ ਮਾਲ ਛਕਣ ਦੇ ਸ਼ੌਕੀਨ ਬਣ ਗਏ ਨੇ, ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ। ਤਾਂ ਦੂਜੇ ਪਾਸੇ ਡਰਾਵੇ ਵੀ ਆ ਜਿਹੜੇ ਸਰਕਾਰ ਦਾ ਦਾਵਾ ਹੈ, ਵਿਧਾਇਕਾਂ ਦਾ ਦਾਵਾ, ਸਰਕਾਰ ਦੇ ਜਿਹੜੇ ਅੰਦਰ ਨੇ ਸੱਤਾ ਧਿਰ ਦੇ ਵਿਧਾਇਕ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰਾਈਵੇਟ ਵਿਅਕਤੀ ਜਾਂ ਫਿਰ ਲੋਕਾਂ ਨੂੰ ਲੁੱਟ-ਖਸੁੱਟ ਕਰਨ ਵਾਲੇ ਜਿਹੜੇ ਲੋਕ ਨੇ ਤਹਿਸੀਲਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ, ਉਹਨਾਂ ਨੂੰ ਅਸੀਂ ਖਤਮ ਕਰਨਾ, ਇਸ ਕਰਕੇ ਛਾਪੇ ਮਾਰਦੇ ਹਾਂ। ਪਰ ਵਿਧਾਇਕ ਦਿਨੇਸ਼ ਚੱਡਾ ਦਾ ਮਾਰਿਆ ਛਾਪਾ ਸਰਕਾਰ ਦੇ ਲਈ ਮੁਸੀਬਤ ਜ਼ਰੂਰ ਇੱਕ ਵਾਰੀ ਬਣਿਆ, ਕਿਉਂਕਿ ਵਿਧਾਇਕ ਦਾ ਆਪਣੀ ਥਾਂ ਦੇ ਉੱਤੇ ਕਹਿਣਾ ਹੈ ਕਿ ਅਸੀਂ ਜਿਹੜੀ ਛਾਪੇਮਾਰੀ ਕੀਤੀ ਉਹ ਇਸ ਕਰਕੇ ਨਹੀਂ ਕੀਤੀ ਕਿ ਉਹਨਾਂ ਦੇ ਕੰਮ 'ਚ ਵਿਘਨ ਪਾਈਏ। ਪਰ ਦੂਜੇ ਪਾਸੇ ਮਾਲ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਸੀ, ਯੂਨੀਅਨਾਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਕਿਹਾ ਕਿ ਵਿਧਾਇਕ ਨੂੰ ਕੋਈ ਹੱਕ ਨਹੀਂ ਸਾਡੇ ਕੰਮਕਾਰ ਨੂੰ ਰੋਕਣ ਦਾ, ਔਰ ਜੇਕਰ ਪ੍ਰਾਈਵੇਟ ਵਿਅਕਤੀ ਕੋਈ ਰਿਸ਼ਵਤ ਮੰਗਦੇ ਨੇ ਤੇ ਉਹਨਾਂ ਨੂੰ ਬਹਾਨੇ ਜਿਹੜੇ ਘੜਨ ਦਾ ਮੌਕਾ ਸਰਕਾਰ ਹੀ ਦੇ ਰਹੀ ਹੈ। ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ। ਕੋਈ ਮੰਤਰੀਆਂ ਦਾ ਪ੍ਰੋਗਰਾਮ ਹੁੰਦਾ ਤੇ ਕਿਸੇ ਦੇ ਕੋਲੋਂ ਟੈਂਟ ਦਾ ਪ੍ਰਬੰਧ ਤੇ ਕਿਸੇ ਦੇ ਕੋਲੋਂ ਕੋਈ ਹੋਰ ਖਰਚੇ। ਜਿਹੜੇ ਤਹਿਸੀਲਦਾਰ ਨੇ ਜਾਂ ਕੋਈ ਵੀ ਮਾਲ ਮਹਿਕਮੇ ਦੇ ਹੋਰ ਅਧਿਕਾਰੀ ਨੇ, ਨਾਇਬ ਤਹਿਸੀਲਦਾਰ ਨੇ, ਪਟਵਾਰੀ ਨੇ, ਆਪਣੀ ਜੇਬ ਦੇ ਵਿੱਚੋਂ ਤਨਖਾਹ ਕਿੰਨੀ ਕੁ ਲਾ ਦੇਣ ਇਹਨਾਂ ਸਰਕਾਰੀ ਫੰਕਸ਼ਨਾਂ ਦੇ ਵਿੱਚ, ਇਹ ਦਲੀਲਾਂ ਰਹੀਆਂ ਉਹਨਾਂ ਦੀਆਂ। ਪਰ ਜਿੱਥੋਂ ਤੱਕ ਰਹੀ ਗੱਲ ਬਰਨਾਲੇ ਦੀ, ਇੱਕ ਇਹ ਪਟਵਾਰੀ ਤੇ ਇੱਕ ਹਫ਼ਤਾ ਪਹਿਲਾਂ ਅੰਮ੍ਰਿਤਪਾਲ ਸਿੰਘ ਦਾ ਪਟਵਾਰੀ ਜਿਹੜਾ ਉਹ ਵੀ ਕਾਬੂ ਕੀਤਾ ਗਿਆ। ਪਟਵਾਰੀ ਅੰਮ੍ਰਿਤਪਾਲ ਸਿੰਘ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਉਸ ਦੇ ਉੱਤੇ ਵੀ ਕੇਸ ਦਰਜ ਹੋ ਗਿਆ ਸੀ। ਵਿਜੀਲੈਂਸ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਸੀ ਕਿ ਸੇਵਕ ਸਿੰਘ ਵਾਸੀ ਮੌੜ ਨਾਭਾ ਦਾ ਆਪਣੀ ਜ਼ਮੀਨ ਦੇ ਰਸਤੇ ਸੰਬੰਧੀ ਕਿਸੇ ਨਾਲ ਕੋਈ ਝਗੜਾ ਚੱਲਦਾ ਆ ਰਿਹਾ ਸੀ। ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਪਟਵਾਰੀ ਨੇ ਸੇਵਕ ਸਿੰਘ ਤੋਂ ਰਿਸ਼ਵਤ ਦੀ ਮੰਗ ਕਰ ਲਈ ਕਿ ਤੁਹਾਡਾ ਨਿਬੇੜਾ ਮੈਂ ਕਰਵਾ ਦਿੰਦਾ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਜਿਹੜੀ ਮੁਹਿੰਮ ਹੈ, ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਉਸੇ ਦੇ ਤਹਿਤ ਕਾਰਵਾਈ ਕੀਤੀ ਗਈ। ਵਿਜੀਲੈਂਸ ਬਿਊਰੋ ਨੇ ਮਾਲ ਵਿਭਾਗ ਦੇ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਕਾਬੂ ਕਰ ਲਿਆ ਸੀ। ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਵਿਜੀਲੈਂਸ ਇੰਸਪੈਕਟਰ ਗੁਰਮੇਲ ਸਿੰਘ ਦੇ ਵੱਲੋਂ ਕਿ ਸੇਵਕ ਸਿੰਘ ਵਾਸੀ ਮੌੜ ਨਾਭਾ ਦਾ ਆਪਣੀ ਜ਼ਮੀਨ ਦੇ ਰਸਤੇ ਸੰਬੰਧੀ ਕਿਸੇ ਨਾਲ ਝਗੜਾ ਚੱਲਦਾ ਸੀ। ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਪਟਵਾਰੀ ਨੇ ਸੇਵਕ ਸਿੰਘ ਤੋਂ ਰਿਸ਼ਵਤ ਮੰਗ ਲਈ।
ਉਹਨਾਂ ਨੇ ਵੀ ਦੱਸਿਆ ਕਿ ਜਦ ਸੇਵਕ ਸਿੰਘ ਨੇ ਇਸ ਮਾਮਲੇ 'ਚ ਵਿਜੀਲੈਂਸ ਤੱਕ ਪਹੁੰਚ ਕੀਤੀ ਤਾਂ ਟਰੈਪ ਲਗਾ ਕੇ ਡੀਸੀ ਕੰਪਲੈਕਸ ਬਰਨਾਲਾ ਦੀ ਚਾਰ ਦੀਵਾਰੀ ਦੇ ਅੰਦਰ ਹੀ ਪਟਵਾਰੀ ਅੰਮ੍ਰਿਤਪਾਲ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਤੇ ਜਿਸ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕਾਰਵਾਈ ਕਰ ਦਿੱਤੀ ਗਈ। ਪੂਰੇ ਪੰਜਾਬ ਦਾ ਹਾਲ ਕੀ ਹੋਵੇਗਾ ਜਿੱਥੇ ਬਰਨਾਲੇ ਦੇ ਅੰਦਰ ਹੀ ਇੱਕ ਹਫ਼ਤੇ ਦੇ ਅੰਦਰ ਅੰਦਰ ਦੋ ਪਟਵਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਹ ਮੀਡੀਆ ਦੀਆਂ ਸੁਰਖੀਆਂ ਜਦੋਂ ਬਣਦੀਆਂ ਨੇ, ਸਵਾਲ ਵੱਡੇ ਖੜੇ ਹੁੰਦੇ ਨੇ ਕਿ ਸੱਤਾ ਵਿੱਚ ਤਬਦੀਲੀ ਹੋਈ, ਫਿਰ ਬਦਲਾਅ ਕਿੱਥੇ ਹੈ? ਭ੍ਰਿਸ਼ਟਾਚਾਰ ਰੁਕ ਕਿਉਂ ਨਹੀਂ ਰਿਹਾ? ਔਰ ਜੇਕਰ ਕਾਰਵਾਈ ਕੀਤੀ ਜਾਂਦੀ ਹੈ ਤੇ ਮਾਲ ਮਹਿਕਮੇ ਦੇ ਸਾਰੇ ਅਧਿਕਾਰੀ ਇਕੱਠੇ ਹੋ ਕੇ ਕੀ ਸਰਕਾਰ ਦੇ ਉੱਤੇ ਦਬਾਅ ਪਾ ਲੈਂਦੇ ਨੇ? ਇਸ ਕਰਕੇ ਸਰਕਾਰ ਬੇਵੱਸ ਹੋ ਜਾਂਦੀ ਹੈ ਕਿ ਸਰਕਾਰ ਦੀ ਇੱਛਾ ਸ਼ਕਤੀ ਹੈ ਜਿਹੜੀ ਕਮਜ਼ੋਰ ਪੈ ਜਾਂਦੀ ਹੈ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ। ਹਾਲਾਂਕਿ ਵਿੱਚ ਜਿਹੜੀਆਂ ਇੱਕਾ ਦੁੱਕਾ ਕਾਰਵਾਈਆਂ ਹੋ ਰਹੀਆਂ ਨੇ, ਉਹ ਸੁਰਖੀਆਂ ਵੀ ਬਣ ਰਹੀਆਂ ਨੇ ਤੇ ਉਸ ਦੀ ਜਾਣਕਾਰੀ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਵੀ ਰਹੀ ਹੈ। ਪਰ ਫਿਰ ਵੀ ਮਾਲ ਮਹਿਕਮੇ ਦੇ ਅਧਿਕਾਰੀਆਂ ਦੀਆਂ ਆਪਣੀਆਂ ਦਲੀਲਾਂ ਨੇ ਕਿ ਮੌਕਾ ਕਿਉਂ ਦਿੱਤਾ ਜਾਂਦਾ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ, ਸਰਕਾਰ ਵਿੱਤੀ ਸਹਾਇਤਾ ਕਿਉਂ ਨਹੀਂ ਦਿੰਦੀ, ਪੂਰੇ ਪ੍ਰਬੰਧ ਕਿਉਂ ਨਹੀਂ ਕਰਦੀ, ਔਰ ਦੂਜੇ ਪਾਸੇ ਦਬਾਅ ਤੱਕ ਬਣਾਏ ਜਾਂਦੇ ਨੇ। ਇੱਥੋਂ ਤੱਕ ਕਿ ਕਈ ਵਿਧਾਇਕਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਕਿ ਉਹਨਾਂ ਦੇ ਵਰਕਰ ਤੇ ਵਿਧਾਇਕ ਉਹਨਾਂ ਨੂੰ ਬਦਲੀਆਂ ਕਰਨ ਤੱਕ ਦੇ ਦਬਾਅ ਬਣਾਉਂਦੇ ਨੇ। ਇਸ ਤਰ੍ਹਾਂ ਦੇ ਚਿੱਠੀ ਪੱਤਰ ਵੀ ਲਿਖੇ ਜਾ ਚੁੱਕੇ ਨੇ ਲਿਖਤੀ ਰੂਪ ਦੇ ਵਿੱਚ। ਤਾਂ ਹੁਣ ਕੀ ਮਾਲ ਮਹਿਕਮੇ ਦੇ ਅਧਿਕਾਰੀ ਹੜਤਾਲ ਵਾਪਸ ਕਰਕੇ ਜਲਦੀ ਕੰਮ ਤੇ ਪਰਤਣਗੇ ਜਾਂ ਸਰਕਾਰ ਤੇ ਉਹਨਾਂ ਮਾਲ ਮਹਿਕਮੇ ਦੇ ਅਧਿਕਾਰੀਆਂ ਮੁਲਾਜ਼ਮਾਂ ਦੇ ਵਿਚਾਲੇ ਕੀ ਸਮਝੌਤਾ ਹੁੰਦਾ ਹੈ, ਬਾਅਦ 'ਚ ਪਤਾ ਲੱਗੇਗਾ। ਪਰ ਅਫਸਰ ਲੌਬੀ ਆ ਜਿਹੜੀ ਮਿਲ ਕੇ ਜਦੋਂ ਦਬਾਅ ਬਣਾਉਂਦੀ ਹੈ ਤੇ ਉਸ ਦੇ ਨਾਲ ਕਈ ਜਿਹੜੇ, ਇਹ ਨਹੀਂ ਕਿ ਸਾਰੇ ਦੇ ਸਾਰੇ ਭ੍ਰਿਸ਼ਟ ਨੇ, ਪਰ ਕੁਝ ਇਮਾਨਦਾਰ ਲੋਕ ਜਿਹੜੇ ਆਪਣੇ ਹਿਸਾਬ ਨਾਲ ਕੰਮ ਕਰਨ ਦੇਣਾ ਚਾਹੁੰਦੇ ਨੇ ਜਾਂ ਕਰਨਾ ਚਾਹੁੰਦੇ ਨੇ ਕਿ ਉਹਨਾਂ ਦੇ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਦੇਵੇ, ਉਸੇ ਇਵਜ਼ ਦੇ ਵਿੱਚ ਕਈ ਜਿਹੜੇ ਬੇਈਮਾਨ ਅਧਿਕਾਰੀ ਨੇ, ਮੁਲਾਜ਼ਮ ਨੇ, ਭ੍ਰਿਸ਼ਟ ਨੇ, ਉਹ ਵੀ ਉਸੇ ਆੜ ਦੇ ਵਿੱਚ ਧਰਨੇ ਮੁਜ਼ਾਹਰਿਆਂ 'ਚ ਭੱਜ ਕੇ ਹਿੱਸਾ ਲੈਂਦੇ ਨੇ ਕਿ ਸਾਡੇ ਤੇ ਕਾਰਵਾਈ ਸ਼ਾਇਦ ਨਾ ਹੋਵੇ। ਪਰ ਫਿਰ ਵੀ ਕੋਈ ਨਾ ਕੋਈ ਡਿੱਕੇ ਚੜ ਜਾਂਦਾ। ਕਿਹਾ ਜਾਂਦਾ ਹੈ ਕਿ 100 ਦਿਨ ਚੋਰ ਦੇ 1 ਦਿਨ ਸਾਧ ਦਾ, ਤੇ ਉਹੀ ਗੱਲ ਅੱਜ ਕੱਲ੍ਹ ਇਹਨਾਂ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਜਾਂ ਹੋਰਨਾਂ ਨਾਲ ਵੀ ਹੋ ਰਹੀ ਹੈ। ਰਿਸ਼ਵਤ ਲੈ ਕੇ ਆਪਣੇ ਢਿੱਡ ਭਰਨ ਵਾਲੇ, ਘਰ ਭਰਨ ਵਾਲੇ ਨਾ ਪਟਵਾਰੀ ਹੋਣ ਜਾਂ ਕੋਈ ਹੋਰ ਹੋਵੇ, ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਇੱਕ 48 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਬਾਰੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਹਾਲੇ ਪਿਛਲੇ ਦਿਨੀ ਸਵਾਲ ਚੁੱਕਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਕੀ ਉਹ ਉਹਨਾਂ ਤੋਂ ਡਰਦੇ ਨੇ ਇਸ ਕਰਕੇ ਕਾਰਵਾਈ ਨਹੀਂ ਕਰ ਰਹੇ ਜਾਂ ਕੋਈ ਹੋਰ ਗੱਲ ਹੈ? ਇਸ ਦਾ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਨੂੰ। ਜਿਹੜੀ ਇੱਕ 48 ਮੁਲਾਜ਼ਮਾਂ ਦੀ ਜਿਸ ਵਿੱਚ ਜ਼ਿਆਦਾਤਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸੀ, ਇੱਕ ਜ਼ਿਲ੍ਹੇ ਦਾ ਸਬ ਰਜਿਸਟਰਾਰ ਵੀ ਸੀ, ਉਸ ਦੇ ਖਿਲਾਫ ਕਿ ਉਹ ਦਾਗੀ ਨੇ। ਵਿਜੀਲੈਂਸ ਨੇ ਮੁੱਖ ਸਕੱਤਰ ਨੂੰ ਰਿਪੋਰਟ ਤੱਕ ਪਹੁੰਚਾ ਦਿੱਤੀ ਸੀ ਪਰ ਉਹਨਾਂ ਦੇ ਉੱਤੇ ਕਾਰਵਾਈ ਹਾਲੇ ਤੱਕ ਕਿਉਂ ਨਹੀਂ ਕੀਤੀ ਗਈ? ਸਾਰਾ ਚਰਚਾ ਦਾ ਵਿਸ਼ਾ ਹੈ। ਤੁਸੀਂ ਕੀ ਸੋਚਦੇ ਸਮਝਦੇ ਹੋ? ਕੌਣ ਕਿੱਥੇ ਕਿੰਨਾ ਠੀਕ ਹੈ? ਉਸ ਬਾਰੇ ਤੁਹਾਡਾ ਕੀ ਸੁਝਾਅ ਹੈ? ਆਪਣੇ ਸੁਝਾਅ ਵੀ ਜ਼ਰੂਰ ਸਾਂਝੇ ਕਰਿਓ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।